ये अंदोलन मैं शुरू तो ही कह रहा भी सियासत तो प्रेरित है। कोई अंदोलन चल रहा, ये अंदोलन की कोई जरूरत है इस वे? हौजरी इंडस्ट्री अलग चली गई, चमड़ा उद्योग चला गया, बाकी उद्योग चले गए, इतों इन्वेस्टमेंट चलिया गई, नवी इन्वेस्टमेंट कोई नहीं आ रही। ये अंदोलन की वजह करके ही होया ना। होर की करना, उन्होंने कहता कि तुसीं बना लो कानून, हुण तुहाडे हत्थ कलम दे दीए कि बना लो जिहा जिहा कानून बनाउणा, ठीक है। तो होर इस तो ज़्यादा की कर दीए, इस तो ज़्यादा की हो सकता। तो ये जिहड़ियां गल्लां करदे ने ना, ये जानबुझ के अंदोलन नूं लंबा करना चाहुंदे ने। साडे कानून जिहड़े आ बहुत अच्छे सी, मैं हुण भी कहना कि किसान हितू कानून सी। असीं समझाउण च कामयाब नहीं होए, वो कामरेड समझाउण च कामयाब हो गए। गल आ होई है किसान नूं, उन्होंने गलत समझाता कि थोड़ियां तो जमीनां इस कानून नाल खो लैणियां ने। ना किसी ने जमीन खोनी सी, ना खोई है, ना अगे खोई जानी है। तो वह मरण मरण ते होके गया होया सी किसान। तो ये जथेबंदियां वालियां ने गलत समझाया। दिल्ली ਦੀਆਂ ਬਰੂਹਾਂ ਤੇ ਕਿਸਾਨੀ ਅੰਦੋਲਨ ਨੂੰ ਅੱਜ ਪੂਰਾ 1 ਸਾਲ ਹੋ ਗਿਆ। ਹਾਲਾਂਕਿ ਕੇਂਦਰ ਸਰਕਾਰ ਵੱਲੋਂ 3 ਖੇਤੀ ਕਾਨੂੰਨ ਸੀ ਜੋ ਵਾਪਸ ਲੈਣ ਦਾ ਫੈਸਲਾ ਵੀ ਲੈ ਲਿਆ ਗਿਆ, ਸੈਸ਼ਨ ਦੇ ਵਿੱਚ ਵਾਪਸ ਵੀ ਲੈ ਜਾਣਗੇ, ਪਰ ਅਜੇ ਤੱਕ ਜਿਹੜਾ ਕਿ ਅੰਦੋਲਨ ਚੱਲ ਰਿਹਾ। ਗੱਲਬਾਤ ਕਰ ਲੈਣੇ ਬੀਜੇਪੀ ਆਗੂ ਹਰਜੀਤ ਗਰੇਵਾਲ ਸਾਡੇ ਨਾਲ ਮੌਜੂਦ ਨੇ। ਗਰੇਵਾਲ ਸਾਹਿਬ, 1 ਸਾਲ ਪੂਰਾ ਹੋ ਗਿਆ ਦਿੱਲੀ ਦੀਆਂ ਬਰੂਹਾਂ ਤੇ ਕਿਸਾਨਾਂ ਨੂੰ ਬੈਠੇ, ਕਿਸ ਤਰ੍ਹਾਂ ਵੇਖਦੇ ਹੋ 1 ਸਾਲ ਨੂੰ? गल ये तुसीं तो इस तरह करते जिस तरह असीं लिजा के बिठाए आ, वो अपने आप बैठे आ। ये अंदोलन किसान जथेबंदियां दा, और ये अंदोलन मैं शुरू तो ही कह रहा भी सियासत तो प्रेरित है। और अज भी मैं यही कह रहा कि देखो, प्रधानमंत्री जी ने कहता, उस तो बाद कैबिनेट ने भी उसनों अप्रूव करता, ठीक है। उस तो बाद रह की गया पार्लीमेंट च होना, तो फिर भी किसानों नूं सड़कों ते बिठाया होया। वो जिहड़े किसान ने वो जैनुअन किसान ने। तो ये जिहड़े कुछ लोग ने, एक जथेबंदियां च भी सारे लोग नहीं है, ये जिहड़े कामरेड है ना, जिथे झंडा ला देन जिहड़ी फैक्ट्री ते बंद करा के ही जाते हैं। ये किसान का नुकसान करन आए हुए हैं, और ये मनशा नाल आए आ। हुण अज बसां गईयां ने इत्थों भेजियां ने, और वो साडे कांग्रेस के MLA ने हरदयाल सिंह कंबोह भेज रहे सी, बसां अरेंज करके दे रहे। मैं किसानां दे नाल आ, इहदे नाल ओह किसानां दे नाल हो गए। ਉਹ ਤਾਂ ਕਹਿ ਰਹੇ ਨਾ ਕਿ ਵੱਖ-ਵੱਖ ਚਾਹੇ ਧਿਰਾਂ ਦੀ ਗੱਲ ਕੀਤੀ ਜਾਏ, ਉਹ ਕਹਿੰਦੇ ਪਹਿਲਾਂ ਅਸੀਂ ਕਿਸਾਨ ਆ, ਫਿਰ ਅਸੀਂ ਸਿਆਸੀ ਤੌਰ ਤੇ ਆ। ਸਾਡਾ ਕਹਿੰਦੇ ਹੱਕ ਬਣਦਾ ਕਿ ਦਿੱਲੀ ਦੀਆਂ ਬਰੂਹਾਂ ਤੇ ਅਸੀਂ ਜਾਈਏ, ਆਪ ਵੀ ਜਾਈਏ, ਨਾਲ ਜਿਹੜੇ ਕਿ ਆਪਦੇ ਵਿਅਕਤੀ ਵੀ ਲੈ ਕੇ ਜਾਈਏ, ਵਰਕਰ ਵੀ। ਹੁਣ ਕੋਈ ਅੰਦੋਲਨ ਚੱਲ ਰਿਹਾ, ਇਹ ਅੰਦੋਲਨ ਦੀ ਕੋਈ ਜ਼ਰੂਰਤ ਹੈ ਇਸ ਵੇਲੇ? ਹੌਜ਼ਰੀ ਇੰਡਸਟਰੀ ਅਲੱਗ ਚਲੀ ਗਈ, ਚਮੜਾ ਉਦਯੋਗ ਚਲਾ ਗਿਆ, ਬਾਕੀ ਉਦਯੋਗ ਚਲੇ ਗਏ, ਇੱਥੋਂ ਇਨਵੈਸਟਮੈਂਟ ਚਲੀਆਂ ਗਈਆਂ, ਨਵੀਂ ਇਨਵੈਸਟਮੈਂਟ ਕੋਈ ਨਹੀਂ ਆ ਰਹੀ। ਇਹ ਅੰਦੋਲਨ ਦੀ ਵਜ੍ਹਾ ਕਰਕੇ ਹੀ ਹੋਇਆ ਨਾ, ਤੇ ਉਹਦੇ ਨਾਲ ਨੁਕਸਾਨ ਨਹੀਂ ਹੋਇਆ। ਤੇ ਇਸ ਕਰਕੇ ਪ੍ਰਧਾਨ ਮੰਤਰੀ ਸਾਡੇ ਕਿਸਾਨ ਹਿਤੂ ਨੇ। ਔਰ ਤੁਸੀਂ ਇਹ ਦੇਖੋ ਕਿ 5 ਗੁਣਾ ਬਜਟ ਖੇਤੀ ਦਾ ਵਧਾਤਾ ਪ੍ਰਧਾਨ ਮੰਤਰੀ ਜੀ ਨੇ, ਔਰ 2-2 ਹਜ਼ਾਰ ਰੁਪਇਆ ਘਰ ਬੈਠਿਆਂ ਨੂੰ ਚਲਾ ਜਾਂਦਾ, ਠੀਕ ਹੈ। ਔਰ ਉਸ ਤੋਂ ਬਾਅਦ ਬਾਕੀ ਜਿੰਨੀਆਂ ਵੀ ਗੱਲਾਂ ਕੀਤੀਆਂ ਨੇ, ਜੇ DAP ਦੀ ਗੱਲ ਆਈ ਤਾਂ ਉਸ ਦੀ ਸਬਸਿਡੀ ਵਧਾਤੀ, ਜੇ DAP ਮਹਿੰਗਾ ਹੋ ਗਿਆ, ਕਿਉਂਕਿ ਇਹਦਾ ਵੀ ਜਿਹੜਾ ਪੈਟਰੋਲੀਅਮ ਪ੍ਰੋਡਕਟਸ ਦੇ ਨਾਲ ਹੀ ਸੰਬੰਧ ਹੁੰਦਾ। ਔਰ ਜੇ ਯੂਰੀਏ ਦੀ ਗੱਲ ਹੋਈ ਤਾਂ ਨੀਮ ਕੋਟਡ ਯੂਰੀਆ ਕਰਤਾ, ਤਾਂ ਕਿ ਉਹਦਾ ਹੋਰ ਗਲਤ ਇਸਤੇਮਾਲ ਨਾ ਕੋਈ ਕਰ ਸਕੇ। ਤਾਂ ਉਹਨਾਂ ਨੇ ਤਾਂ ਹਰ ਜਗ੍ਹਾ ਟਰਾਂਸਪੇਰੈਂਸੀ ਕਰਨ ਦੀ ਕੋਸ਼ਿਸ਼ ਕੀਤੀ। ਔਰ ਮੈਂ ਇਹਨਾਂ ਨੂੰ ਇੱਕ ਚੀਜ਼ ਪੁੱਛਦਾ ਕਿ ਜਦੋਂ ਹੁਣ ਕਾਨੂੰਨ, ਮੈਂ ਪਹਿਲਾਂ ਵੀ ਕਹਿੰਦਾ ਸੀ ਤੁਹਾਨੂੰ, 6 ਮਹੀਨੇ ਪਹਿਲਾਂ ਕਿਹਾ ਸੀ ਨਾ, ਤੁਹਾਡੇ ਚੈਨਲ ਤੇ ਵੀ ਕਿਹਾ ਸੀ ਕਿ ਵੀ ਤੁਸੀਂ ਕਾਨੂੰਨ ਵੀ ਵਾਪਸ ਲੈ ਲਓ, ਇਹਨਾਂ ਨੇ ਫਿਰ ਵੀ ਨਹੀਂ ਉੱਠ ਕੇ ਜਾਣਾ। ਫਿਰ ਹੁਣ MSP ਦੀ ਕਮੇਟੀ ਲਈ ਕਹਤਾ ਵੀ ਤੁਸੀਂ ਜਿਹੜਾ ਜਿਹਾ ਕਾਨੂੰਨ ਬਣਾਉਣਾ ਹੈਗਾ ਉਹੋ ਜਿਹਾ ਕਾਨੂੰਨ ਬਣਾ ਲਓ, ਇਹ ਕਿਹਾ ਨਾ। ਤੇ 5 ਮੈਂਬਰ ਦੀ ਕਮੇਟੀ ਦੇ ਦਿਓ। ਹੁਣ ਕਹਿੰਦੇ ਸਾਡੇ ਨਾਲ ਗੱਲਬਾਤ ਕਿਉਂ ਨਹੀਂ ਕੀਤੀ ਗਈ? ਗੱਲਬਾਤ ਜਦੋਂ ਐਲਾਨ ਕਰਤਾ, ਤੁਸੀਂ ਗੱਲਬਾਤ 'ਚ ਮੰਨਦੇ ਹੀ ਨਹੀਂ ਹੈਗੇ, ਤਾਂ ਉਹਨਾਂ ਨੇ ਕਰਤਾ। ਔਰ ਹੁਣ ਅੱਜ ਇੱਕ ਨਵਾਂ ਹੋਰ ਪੰਗਾ ਪਾਇਆ ਵਿੱਚ, ਕਹਿੰਦੇ ਜੀ ਸਾਡੀ ਕਾਲੀ ਸੂਚੀ ਬਣ ਗਈ। ਕਾਲੀ ਸੂਚੀ ਤਾਂ ਜਿਹੜੀ ਪਹਿਲਾਂ 35-35 ਸਾਲ ਤੋਂ ਲੋਕ ਘਰਾਂ ਨੂੰ ਨਹੀਂ ਜਾ ਸਕਦੇ, ਨਰਿੰਦਰ ਮੋਦੀ ਜੀ ਨੇ ਉਹ ਕਾਲੀ ਸੂਚੀ ਖਤਮ ਕੀਤੀ। ਔਰ ਸਿੱਖ ਪ੍ਰਧਾਨ ਮੰਤਰੀ ਰਹਿ ਗਿਆ ਇਸ ਮੁਲਕ ਦਾ, ਸਿੱਖ ਰਾਸ਼ਟਰਪਤੀ ਰਹਿ ਗਿਆ, ਉਹਨਾਂ ਨੇ ਕਿਸੇ ਨੇ ਨਹੀਂ ਕੀਤੀ। ਔਰ 84 ਦੇ ਦੰਗਿਆਂ ਦੀ ਨਸਲਕੁਸ਼ੀ ਦੀ ਜਿਹੜੀ ਸਜ਼ਾਵਾਂ ਨੇ, ਉਹਨਾਂ ਨੇ ਆ ਕੇ ਦਵਾਈਆਂ ਨੇ ਨਵੇਂ ਕੇਸ ਖੋਲ ਕੇ। ਔਰ ਕਰਤਾਰਪੁਰ ਸਾਹਿਬ ਦਾ ਲਾਂਘਾ ਉਹਨਾਂ ਨੇ ਖੋਲਿਆ। ਗਰੇਵਾਲ ਸਾਹਿਬ, ਤੁਸੀਂ ਪਹਿਲਾਂ ਵੀ ਪਹਿਲੇ ਦਿਨੋਂ ਕਹਿ ਰਹੇ ਸੀ ਕਿ ਕੁਝ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹ ਅੰਦੋਲਨ ਨਹੀਂ ਖਤਮ ਕਰਨਾ ਚਾਹੁੰਦੇ। ਹੁਣ ਉਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਹੁਣ ਤਾਂ ਕਹਿ ਸਕਦੇ ਹਾਂ ਕਿ ਜਥੇਬੰਦੀਆਂ ਮੀਟਿੰਗ ਕਰਨੀਆਂ, ਹਾਲਾਂਕਿ ਫੈਸਲਾ ਲੈਣਗੀਆਂ ਕਿ ਅੰਦੋਲਨ ਅੱਗੇ ਚਲਾਉਣਾ ਜਾਂ ਕਿਸ ਤਰ੍ਹਾਂ ਕਰਨਾ, ਕਿਉਂਕਿ 3 ਖੇਤੀ ਕਾਨੂੰਨਾਂ ਦਾ ਮੁੱਖ ਕਾਰਨ ਸੀ। ਉਸ ਨੂੰ ਕਿਸ ਤਰ੍ਹਾਂ ਵੇਖਦੇ ਹੋ? ਪਿਛਲੇ ਬਿਆਨਾਂ ਦਾ ਜੇ ਤਰਜਮਾਨੀ ਕੀਤੀ ਦੱਸਦਾ ਕਿ ਉਹਨਾਂ 'ਚ ਅਜੇ ਵੀ ਫੁੱਟ ਪਈ ਹੋਈ ਹੈ। ਮੈਂ ਉਹਨਾਂ ਨੂੰ ਇਹੀ ਪ੍ਰਾਰਥਨਾ ਕਰਦਾ ਕਿ ਭਾਈ ਕਿਸਾਨ ਜਿਹੜੇ ਆ 2-2, 2.5 ਏਕੜ ਦੇ ਮਾਲਿਕ ਆ। ਇਹ ਜਿਹੜੇ ਕਿਸਾਨ ਲੀਡਰ ਨੇ ਨਾ ਜਥੇਬੰਦੀਆਂ ਦੇ, ਇਹਨਾਂ 'ਚ ਕੋਈ ਵੀ ਖੇਤੀ ਤੇ ਨਿਰਭਰ ਨਹੀਂ ਕਰਦਾ। ਲੱਖੋਵਾਲ ਇਹਦੇ ਅਲੱਗ-ਅਲੱਗ ਬਿਜ਼ਨਸ ਨੇ, ਠੀਕ ਹੈ। ਰਾਜੇਵਾਲ ਇਹਦੇ ਵੀ ਅਲੱਗ-ਅਲੱਗ ਬਿਜ਼ਨਸ ਨੇ, ਕੋਈ ਆੜਤੀਆ ਵੀ ਹੈਗਾ, ਕੋਈ ਹੋਰ ਵੀ ਹੈਗਾ। ਅਰੁਲਦੂ ਸਿੰਘ ਮਾਨਸਾ, ਇਹਦੀ ਤਾਂ ਇੱਟ ਹੀ ਕਿਸਾਨ ਇੱਟ ਕਹਿ ਕੇ ਵਿਕਦੀ ਹੈ, ਠੀਕ ਹੈ। ਤੇ ਬਾਕੀਆਂ ਦੇ ਤਾਂ ਇੱਟਾਂ ਨਹੀਂ ਵਿਕਣੀਆਂ ਨਾ, ਬਾਕੀਆਂ ਦੇ ਅਲੱਗ-ਅਲੱਗ ਬਿਜ਼ਨਸ ਨਹੀਂ ਹੈ।
ਇਸ ਕਰਕੇ ਮੇਰੀ ਇਹੀ ਪ੍ਰਾਰਥਨਾ ਇਹਨਾਂ ਨੂੰ ਕਿ ਭਾਈ ਤੁਸੀਂ ਇਹ ਖਤਮ ਕਰੋ ਔਰ ਇਹਨਾਂ ਨੂੰ ਘਰਾਂ ਨੂੰ ਜਾਣ ਦਿਓ, ਇਹਨਾਂ ਤੇ ਕਰਜ਼ਾ ਨਾ ਚੜਵਾਓ ਬਿਨਾਂ ਗੱਲਬਾਤ ਤੋਂ, ਔਰ ਤੁਸੀਂ ਜਿਹੜਾ ਹੈਗਾ ਇਹ ਕਿਸਾਨ ਨੂੰ ਬਿਪਤਾ 'ਚ ਪਾ ਕੇ ਨਾ ਰੱਖੋ। ਮੋਦੀ ਜੀ ਤਾਂ ਕਿਸਾਨ ਦਾ ਭਲਾ ਚਾਹੁੰਦੇ ਆ, ਅਸੀਂ ਵੀ ਭਲਾ ਚਾਹੁੰਦੇ ਆ, ਤਾਂ ਹੀ ਤਾਂ ਅਸੀਂ ਕਹਿ ਰਹੇ ਹਾਂ। ਕਹਿ ਰਹੇ ਨੇ ਕਿ ਐਮਐਸਪੀ ਤੇ ਕਾਨੂੰਨੀ ਜਿਹੜਾ ਕੀ ਕਰ ਦਿੱਤਾ ਜਾਵੇ ਸਾਰੇ ਸੂਬਿਆਂ ਦੇ। ਦਿੱਤਾ ਹੋਰ ਕੀ ਕਰਨਾ, ਉਹਨਾਂ ਨੂੰ ਕਹਿੰਦਾ ਕਿ ਤੁਸੀਂ ਬਣਾ ਲਓ ਕਾਨੂੰਨ, ਹੁਣ ਤੁਹਾਡੇ ਹੱਥ ਕਲਮ ਦੇ ਦਈਏ ਕਿ ਬਣਾ ਲਓ ਜਿਹੋ ਜਿਹਾ ਕਾਨੂੰਨ ਬਣਾਉਣਾ, ਠੀਕ ਹੈ। ਤੇ ਹੋਰ ਇਸ ਤੋਂ ਜ਼ਿਆਦਾ ਕੀ ਕਰ ਦਈਏ, ਇਸ ਤੋਂ ਜ਼ਿਆਦਾ ਕੀ ਹੋ ਸਕਦਾ। ਤੇ ਇਹ ਜਿਹੜੀਆਂ ਗੱਲਾਂ ਕਰਦੇ ਨੇ ਨਾ, ਇਹ ਜਾਣਬੁੱਝ ਕੇ ਅੰਦੋਲਨ ਨੂੰ ਲੰਬਾ ਕਰਨਾ ਚਾਹੁੰਦੇ ਨੇ ਔਰ ਜਾਣਬੁੱਝ ਕੇ ਇਹ ਸਾਰਾ ਕੁਝ ਕਰ ਰਹੇ ਆ। ਇਹ ਕਿਸਾਨ ਦਾ ਮੋਢਾ ਲੱਭ ਕੇ ਕਾਂਗਰਸ, ਅਕਾਲੀ ਦਲ ਔਰ ਇਹ ਜਿਹੜੇ ਆਮ ਆਦਮੀ ਪਾਰਟੀ ਆ, ਇਹਨਾਂ ਦੇ ਨਾਲ ਮਿਲ ਕੇ ਕੁਝ ਕਿਸਾਨ ਜਥੇਬੰਦੀਆਂ, ਸਾਰੀਆਂ ਨਹੀਂ, ਇਹ ਕਿਸਾਨ ਦਾ ਮੋਢਾ ਲੱਭ ਕੇ ਮੋਦੀ ਜੀ ਦਾ ਤੇ ਸਰਕਾਰ ਦਾ ਚਿਹਰਾ ਤੇ ਦਿੱਖ ਖਰਾਬ ਕਰਨਾ ਚਾਹੁੰਦੇ ਨੇ, ਉਹਦੇ 'ਚ ਲੱਗੇ ਹੋਏ ਆ। ਨਹੀਂ ਤਾਂ ਅੰਦੋਲਨ ਦੀ ਤਾਂ ਹੁਣ ਕੋਈ ਜ਼ਰੂਰਤ ਹੀ ਨਹੀਂ, ਹੋ ਗਏ ਕਾਨੂੰਨ ਵਾਪਸ, ਗੱਲ ਖਤਮ ਹੋ ਗਈ ਹੈ। ਪ੍ਰਧਾਨ ਮੰਤਰੀ ਦਾ ਕਿਹਾ ਬਹੁਤ ਨਹੀਂ ਹੁੰਦਾ, ਉਹ ਕਹਿੰਦੇ। ਤੁਸੀਂ ਪਹਿਲਾਂ ਕਿਹਾ ਕਿ ਅੰਦੋਲਨ ਕਰਕੇ ਪੰਜਾਬ ਦੇ ਵਿੱਚੋਂ ਬਹੁਤ ਸਾਰਾ ਪੈਸਾ ਜਿਹੜਾ ਕਿ ਪੈਟਰੋਲ ਡੀਜ਼ਲ ਤੇ ਲੱਗ ਰਿਹਾ, ਉਸ ਤੋਂ ਇਲਾਵਾ ਕਈ ਜਿਹੜੇ ਕੀ ਕਹਿ ਸਕਦੇ ਉਦਯੋਗ ਇੱਥੋਂ ਚਲੇ ਗਏ। ਜੇਕਰ ਇੰਨੀ ਹੀ ਕਹਿ ਸਕਦੇ ਦੇਖਭਾਲ ਕਰਨੀ ਸੀ ਤਾਂ ਪਹਿਲਾਂ ਹੀ ਕਿਉਂ ਨਹੀਂ ਫੈਸਲਾ ਲਿਆ ਗਿਆ ਕਿ ਪੰਜਾਬ ਦਾ, ਕਿਉਂਕਿ ਕਿਸਾਨੀ ਅੰਦੋਲਨ ਜੋ ਚੱਲਿਆ ਸੀ ਉਦੋਂ ਹੀ ਦੇਖਭਾਲ ਕੀਤੀ ਜਾਂਦੀ, ਚਾਹੇ ਉਦਯੋਗ ਵੀ ਇੱਥੇ ਰਹਿੰਦੇ, ਪੈਟਰੋਲ ਡੀਜ਼ਲ ਦੀਆਂ ਜਿਹੜੀਆਂ ਕਿ ਮਹਿੰਗਾਈ ਕਰਕੇ ਜਿਹੜੀ ਮਾਰ ਪਈ ਉਹ ਵੀ ਇੱਥੇ ਹੁੰਦੀ। ਗੱਲ ਸੁਣੋ, ਸਾਡੇ ਕਾਨੂੰਨ ਜਿਹੜੇ ਆ ਉਹ ਬਹੁਤ ਅੱਛੇ ਸੀ। ਮੈਂ ਹੁਣ ਵੀ ਕਹਿਣਾ ਕਿ ਕਿਸਾਨ ਹਿੱਤੂ ਕਾਨੂੰਨ ਸੀ। ਅਸੀਂ ਸਮਝਾਉਣ 'ਚ ਕਾਮਯਾਬ ਨਹੀਂ ਹੋਏ, ਉਹ ਕਾਮਰੇਡ ਸਮਝਾਉਣ 'ਚ ਕਾਮਯਾਬ ਹੋ ਗਏ। ਗੱਲ ਆ ਹੋਈ ਹੈ ਕਿਸਾਨ ਨੂੰ, ਉਹਨਾਂ ਨੇ ਗਲਤ ਸਮਝਾਤਾ ਕਿ ਤੁਹਾਡੀਆਂ ਤਾਂ ਜ਼ਮੀਨਾਂ ਇਸ ਕਾਨੂੰਨ ਨਾਲ ਖੋਹ ਲੈਣੀਆਂ ਨੇ। ਨਾ ਕਿਸੇ ਨੇ ਜ਼ਮੀਨ ਖੋਹਣੀ ਸੀ, ਨਾ ਖੋਹੀ ਹੈ, ਨਾ ਅੱਗੇ ਖੋਹੀ ਜਾਣੀ ਹੈ। ਤੇ ਉਹ ਮਰਨ ਤੇ ਹੋ ਕੇ ਗਿਆ ਹੋਇਆ ਸੀ ਕਿਸਾਨ। ਤਾਂ ਇਹ ਜਥੇਬੰਦੀਆਂ ਵਾਲਿਆਂ ਨੇ ਗਲਤ ਸਮਝਾਇਆ। ਇਸ ਕਰਕੇ ਸਾਰੇ ਜਥੇਬੰਦੀਆਂ ਵਾਲੇ ਨਹੀਂ, ਮੈਂ ਫੇਰ ਕਹਿਣਾ, ਇਹ ਜਿਹੜੇ ਕਾਮਰੇਡ ਨੇ ਨਾ, ਇਹਨਾਂ ਦਾ ਕੰਮ ਹੈ। ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਹਰਜੀਤ ਗਰੇਵਾਲ ਜੀ ਮੌਜੂਦ ਸਨ, ਜਿਨ੍ਹਾਂ ਸਾਫ਼ ਤੌਰ ਤੇ ਕਹਿਣਾ ਹੈ ਕਿ ਜੋ ਜਥੇਬੰਦੀਆਂ ਦੇ ਆਗੂ ਸਨ, ਕੁਝ ਜਥੇਬੰਦੀਆਂ ਦੇ ਆਗੂ, ਉਹਨਾਂ ਵੱਲੋਂ ਜਿਹੜਾ ਕਿ ਵਹਿਮ ਭਰਮ ਪਾਇਆ ਗਿਆ ਕਿਸਾਨਾਂ ਦੇ ਵਿੱਚ ਕਿ ਇਹ 3 ਖੇਤੀ ਕਾਨੂੰਨ ਜਿਹੜੇ ਕਿ ਕਿਸਾਨਾਂ ਦੇ ਖਿਲਾਫ ਹੈ, ਜ਼ਮੀਨਾਂ ਖੋਹੀਆਂ ਜਾਣਗੀਆਂ। ਉਸ ਤੋਂ ਇਲਾਵਾ ਜਿਹੜੀ ਕਿ ਕੇਂਦਰ ਸਰਕਾਰ ਆ ਉਸ ਵੱਲੋਂ ਤਾਂ ਆਪਣਾ ਫੈਸਲਾ ਲੈ ਲਿਆ, 3 ਖੇਤੀ ਕਾਨੂੰਨ ਵਾਪਸ ਲੈਣ ਦਾ ਜਿਹੜਾ ਫੈਸਲਾ ਲੈ ਲਿਆ। ਉਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਐਮਐਸਪੀ ਤੇ, ਉਸ ਤੇ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਜਾ ਰਿਹਾ। ਤਾਂ ਕਿਸਾਨਾਂ ਨੂੰ ਹੁਣ ਅੰਦੋਲਨ ਜਿਹੜਾ ਕਿ ਖਤਮ ਕਰ ਲੈਣਾ ਚਾਹੀਦਾ। ਕੈਮਰਾਮੈਨ ਗਗਨ ਦੇ ਨਾਲ ਕਮਲਦੀਪ ਸਿੰਘ, ਲਿਵ ਇੰਡੀਆ ਨਿਊਜ਼, ਚੰਡੀਗੜ੍ਹ।